ਪੰਜਾਬ ਦਾ ਕਿਸਾਨ ਸੂਬਾ ਸਰਕਾਰ ਤੋਂ ਖਫਾ ਹੈ। ਪਹਿਲਾਂ ਹੀ ਸਰਕਾਰ ਦੀ ਵਾਅਦਾ ਖਿਲਾਫੀ ਨਾਲ ਜੂਝ ਰਿਹਾ ਕਿਸਾਨ ਖੁਦਕੁਸ਼ੀਆਂ ਤੇ ਰਾਹ ਤੇ ਚੱਲ ਰਿਹਾ ਤੇ ਹੁਣ ਕਿਸਾਨਾਂ ਵੱਲੋਂ ਸਰਕਾਰ ਤੇ ਧੱਕੇਸ਼ਾਹੀ ਅਤੇ ਜਬਰੀ ਮਾਮਲੇ ਦਰਜ ਕਰਵਾਉਣ ਦੇ ਦੋਸ਼ ਲਾਏ ਜਾ ਰਹੇ ਨੇ, ਜਿਸ ਦਾ ਨਤੀਜਾ ਇਹ ਹੈ ਕਿ ਖੇਤਾਂ ਨੂੰ ਛੱਡ ਕੇ ਕਿਸਾਨ ਕਦੇ ਹਾਈਵੇ ਜਾਮ ਕਰਦਾ ਹੈ ਤੇ ਕਦੇ ਰੇਲਵੇ ਟਰੈਕ। ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਜਿੱਦ ਹੈ ਜਦ ਕਿ ਸਰਕਾਰ ਉਹਨਾਂ ਨੂੰ ਪੂਰੀ ਤਰ੍ਹਾਂ ਨਕਾਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਵਿਚਾਲੇ ਪਿਸ ਰਹੀ ਹੈ ਆਮ ਜਨਤਾ। ਸੜਕਾਂ ਤੋਂ ਉੱਠ ਕੇ ਹੁਣ ਪਟੜੀ ਤੇ ਪਹੁੰਚ ਗਿਆ ਕਿਸਾਨ। ਡਾਕਟਰ ਸਵਾਮੀਨਾਥਨ ਰਿਪੋਰਟ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਰੇਲ ਰੋਕੋ ਅੰਦੋਲਨ ਛੇੜੀ ਬੈਠਾ ਕਿਸਾਨ। ਪਰ ਸਵਾਲ ਹੈ ਆਖਰ ਕਿਉਂ ਕਿਸਾਨ ਆਪਣੇ ਖੇਤ ਛੱਡ ਕੇ ਇੱਕ ਵਾਰ ਫੇਰ ਮਜਬੂਰ ਹੋਇਆ ਹੈ ਸੰਘਰਸ਼ ਦੀ ਰਾਹ ਫੜਨ ਨੂੰ? ਕਿਉਂ ਮੁਰਦਾਬਾਦ ਦੇ ਨਾਰੇ ਲਾਉਂਦੇ ਕਿਸਾਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ? ਅੰਮ੍ਰਿਤਸਰ ਦੇ ਮਾਨਾਵਾਲਾ ਰੇਲਵੇ ਸਟੇਸ਼ਨ ਤੇ ਕਿਸਾਨਾਂ ਨੇ ਟਰੈਕ ਜਾਮ ਕੀਤਾ ਤਾਂ ਟ੍ਰੇਨਾਂ ਦੀ ਆਵਾਜਾਈ ਤੇ ਬ੍ਰੇਕ ਲੱਗ ਗਈ। ਅਜਿਹਾ ਹੀ ਹਾਲ ਫਿਰੋਜ਼ਪੁਰ ਦੇ ਪਿੰਡ ਬੂਟੇਵਾਲਾ 'ਚ ਫਿਰੋਜ਼ਪੁਰ ਜਲੰਧਰ ਰੇਲਵੇ ਟਰੈਕ ਤੇ ਵੀ ਨਜ਼ਰ ਆਇਆ। ਇੱਥੇ ਵੀ ਕਿਸਾਨ ਪੂਰੀ ਤਰ੍ਹਾਂ ਟਰੈਕ ਜਾਮ ਕਰਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਪੰਜਾਬ ਸਰਕਾਰ ਨੂੰ ਸੱਤਾ 'ਚ ਆਇਆ 3 ਸਾਲ ਦਾ ਸਮਾਂ ਹੋਣ ਵਾਲਾ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਅਜੇ ਤੱਕ ਨਿਭਾਉਣ 'ਚ ਸਰਕਾਰ ਨਾਕਾਮ ਰਹੀ ਹੈ। ਅਜਿਹੇ 'ਚ ਮੁਜ਼ਾਹਰਾ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਵਿੱਚ ਜਿੱਥੇ ਪੂਰਨ ਕਰਜ਼ਾ ਮੁਆਫੀ ਦੀ ਮੰਗ ਸ਼ਾਮਲ ਹੈ, ਉੱਥੇ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਦਰਜ ਹੋਏ ਮਾਮਲੇ ਵਾਪਸ ਲੈਣਾ, ਪਰਾਲੀ ਦਾ ਮੁਆਵਜ਼ਾ ਜਾਰੀ ਕਰ ਆਪਣਾ ਵਾਅਦਾ ਨਿਭਾਉਣਾ ਤੇ ਖੰਡ ਮਿੱਲਾਂ ਵੱਲ ਬਕਾਇਆ ਪਈ ਰਾਸ਼ੀ ਕਿਸਾਨਾਂ ਨੂੰ ਦਿਵਾਉਣਾ ਕਿਸਾਨਾਂ ਦੀਆਂ ਅਹਿਮ ਮੰਗਾਂ ਨੇ। ਸਾਡੇ ਕਿਸਾਨਾਂ ਦਾ ਰਾਣਾ ਗੁਰਜੀਤ ਬੁੱਟਰ ਮਿੱਲ ਵਾਲਾ ਜਿਹੜਾ ਵਾ ਗੰਨਾ ਬੌਂਡ ਨਹੀਂ ਕਰਨ ਰਿਹਾ। ਉਹ ਬੌਂਡ ਇਸ ਕਰਕੇ ਨਹੀਂ ਕਰਦਾ ਵੀ ਮੇਰੀ ਮਿਲ ਦੇ ਅੱਗੇ ਕਿਸਾਨ ਜਿਹੜੇ ਆ ਇਹ ਧਰਨਾ ਲਾਉਂਦੇ ਆ, ਇਹ ਆਪਣਾ ਹੱਕ ਮੰਗਦੇ ਆ। ਜੋ ਮਰਜ਼ੀ ਮੈਂ ਗੰਨਾ ਤੋਲੀ ਜਾਵਾਂ, ਜਿੰਨੇ ਮਰਜ਼ੀ ਕਿਸੇ ਦੇ ਪੈਸੇ ਮਾਰੀ ਜਾਵਾਂ, ਮੈਨੂੰ ਕੋਈ ਪੁੱਛੇ ਨਾ, ਮੇਰੇ ਮਿਲ ਦੇ ਅੱਗੇ ਧਰਨਾ ਨਾ ਲਾਵੇ। ਤੇ ਅਸੀਂ ਕਿਸਾਨ ਜਿਹੜੇ ਧਰਨੇ ਲਾਉਂਦੇ ਉਹਦੀ ਮਿਲ ਦੇ ਅੱਗੇ, ਤੇ ਸਾਡਾ ਕਿਸਾਨਾਂ ਦਾ ਜਿਹੜਾ ਗੰਨਾ ਬੌਂਡ ਨਹੀਂ ਕਰਨ ਡਿਆ, ਜਿਹੜਾ ਸਾਡੇ ਬਕਾਏ ਰਹਿੰਦੇ ਆ ਉਹ ਬਕਾਏ ਨਹੀਂ ਸਾਨੂੰ ਦੇਣ ਡਏ। ਫਿਰ ਕੈਪਟਨ ਸਰਕਾਰ ਸਾਡੇ ਨਾਲ ਵਾਅਦਾ ਕੀਤਾ ਹੈਗਾ ਵੀ ਅਸੀਂ ਸਮੁੱਚਾ ਕਰਜ਼ਾ ਮਾਫ ਕਰਾਂਗੇ, ਅਜੇ ਤਾਈਂ ਕਿਸੇ ਕਿਸਾਨ ਦਾ ਕਰਜ਼ਾ ਨਹੀਂ ਮਾਫ ਹੋਇਆ। ਕਿਸਾਨ ਜਿਹੜੇ ਆ ਉਹ ਤਰ੍ਹਾਂ ਫਾਹ ਲੈਣ ਡਏ ਆ ਤੇ ਅੱਗੇ ਵੀ ਸਾਡੇ ਨੇ ਵਾਅਦਾ ਕੀਤਾ ਹੈਗਾ। ਗੁਟਕਾ ਸਾਹਿਬ ਹੱਥ 'ਤੇ ਲੈ ਕੇ ਸਹੁੰ ਖਾਧੀ ਸੀ ਵੀ 4 ਹਫ਼ਤਿਆਂ ਦੇ ਵਿੱਚ ਮੈਂ ਨਸ਼ਾ ਖਤਮ ਕਰ ਦੂੰ ਪੰਜਾਬ 'ਚੋਂ। ਤੇ ਨਸ਼ਾ ਜਿਹੜਾ ਵਾ ਘਰ ਘਰ ਨਸ਼ਾ ਵੜ ਗਿਆ ਵਾ, ਘਰ ਘਰ ਦੇ ਬੱਚੇ ਜਿਹੜੇ ਅਮਲੀ ਹੋ ਗਏ ਆ। ਇਹ ਕਰਕੇ ਜਿਹੜੀ ਇਹ ਸਰਕਾਰ ਜਿਹੜੀ ਫੇਲ ਵਾ, ਇਹ ਫਿਰ ਸਾਡੇ ਮੀਟਿੰਗ ਹੋਈ ਕੈਪਟਨ ਦੇ ਨਾਲ। ਮੀਟਿੰਗ ਦੇ ਵਿੱਚ ਸਾਡੀਆਂ 14 ਮੰਗਾਂ ਕੈਪਟਨ ਨੇ ਮੰਨੀਆਂ ਸੀਗੀਆਂ ਵੀ ਆਹ ਜਿਹੜੀਆਂ 14 ਮੰਗਾਂ ਵਾ ਮੈਂ ਲਾਗੂ ਕਰ ਦੂੰਗਾ। ਉਹ ਅਜੇ ਤਾਈਂ ਕੋਈ ਵੀ ਲਾਗੂ ਨਹੀਂ ਮੰਗ ਕੀਤੀ। ਅੰਮ੍ਰਿਤਸਰ ਦੇ ਮਾਨਾਵਾਲਾ ਰੇਲਵੇ ਸਟੇਸ਼ਨ ਤੇ ਜਦੋਂ ਕਿਸਾਨ ਪਟੜੀਆਂ ਤੇ ਜੁਟੇ ਤਾਂ ਸੁਰੱਖਿਆ ਕਰਮੀ ਵੀ ਵੱਡੀ ਤਾਦਾਦ 'ਚ ਤੈਨਾਤ ਸਨ। ਪ੍ਰਸ਼ਾਸਨ ਵੱਲੋਂ ਸਮਝਾਏ ਜਾਣ ਦੇ ਬਾਵਜੂਦ ਕਿਸਾਨ ਬਗੈਰ ਭਰੋਸੇ ਦੇ ਉੱਠਣ ਵਾਲੇ ਨਹੀਂ ਸਨ ਤੇ ਕਿਸਾਨਾਂ ਦੀ ਇਸ ਜ਼ਿੱਦ ਅੱਗੇ ਪ੍ਰਸ਼ਾਸਨ ਵੀ ਬੇਵਸ ਨਜ਼ਰ ਆ ਰਿਹਾ ਸੀ। ਜਦੋਂ ਵੀ ਉਹ ਕੋਈ ਸਾਨੂੰ ਮੰਗਾਂ ਦਿੰਦੇ ਆ, ਸਾਨੂੰ ਕੋਈ ਆਪਣੇ ਵੱਲੋਂ ਕੋਈ ਵੀ ਭੇਜਦੇ ਆ ਤੇ ਉਸੇ ਵੇਲੇ ਗਵਰਨਮੈਂਟ ਨੂੰ ਉਹਦੇ ਬਾਰੇ ਲਿਖਿਆ ਜਾ ਸਕਦਾ। ਹੁਣ ਉਤੋਂ ਜਿਹੜਾ ਉਹਨਾਂ ਦਾ ਹੱਲ ਹੈ ਉਹ ਤਾਂ ਗਵਰਨਮੈਂਟ ਨੇ ਨਹੀਂ ਕਰਨਾ ਚਾਹੀਦਾ। ਉਧਰ ਫਿਰੋਜ਼ਪੁਰ 'ਚ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤਾ ਤਾਂ ਉਹਨਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ ਵੀ ਹੋਈ। ਸਰਕਾਰ ਦੇ ਖਿਲਾਫ ਕਿਸਾਨਾਂ 'ਚ ਰੋਹ ਵਧਦਾ ਜਾ ਰਿਹਾ ਸੀ, ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਡਾਕਟਰ ਸਵਾਮੀਨਾਥਨ ਰਿਪੋਰਟ ਲਾਗੂ ਕਰੋ, ਲਾਗੂ ਕਰੋ, ਲਾਗੂ ਕਰੋ। ਤੇ ਟ੍ਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਪਈ ਸੀ। 14 ਮੰਗਾਂ ਜਿਹੜੀਆਂ ਕਰਨ ਅਵਤਾਰ ਜਿਹੜਾ ਸੈਕਟਰੀ ਆ ਉਹਦੇ ਸਰਕਾਰ ਨੇ ਉਹ ਲਿਖਤੀ ਤੌਰ ਤੇ ਮੰਨੀਆਂ ਸੀ, ਉਹ ਕੋਈ ਵੀ ਮੰਗ ਇਹਨਾਂ ਲਾਗੂ ਨਹੀਂ ਕੀਤੀ। ਉਸ ਤੋਂ ਇਲਾਵਾ ਕਰਜ਼ੇ ਦੀ ਆ ਜਿਹੜੀ ਆ ਸਮੁੱਚਾ ਕਰਜ਼ਾ ਮਾਫੀ ਜਿਹੜਾ ਝੂਠੀ ਸਹੁੰ ਖਾ ਕੇ ਕੈਪਟਨ ਮੁੱਕਰਿਆ, ਉਹ ਮੰਗ। ਫਿਰ ਜਿਹੜੇ ਕਿਸਾਨਾਂ ਤੇ ਨਜਾਇਜ਼ ਪਰਾਲੀ ਦੇ ਪਰਚੇ ਹੋਏ ਆ ਉਹ ਰੱਦ ਕਰਾਉਣ ਵਾਸਤੇ ਤੇ ਜਿਹੜੀ ਇਹਨਾਂ ਨੇ ਜਿਹੜੀ ਆ 100 ਰੁਪਇਆ ਕੁਆਂਟਲ ਬੋਨਸ ਦਿੰਦੇ ਆ ਉਹ ਤੇ ਇਹਨਾਂ ਨੇ ਸ਼ਰਤਾਂ ਲਾਗੂ ਕੀਤੀਆਂ। ਉਹ ਤੇ ਇਹਨਾਂ ਨੇ ਪਰਾਲੀ ਵਾਲੇ ਕਿਸਾਨਾਂ ਨੂੰ ਬਾਹਰ ਕੱਢਿਆ, 5 ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ ਬਾਹਰ ਕੱਢਿਆ। ਉਹ ਜਿਹੜਾ ਸਾਡੀ ਮੰਗ ਹੈ ਕਿ ਹਰ ਇੱਕ ਕਿਸਾਨ ਨੂੰ, ਭਾਵੇਂ ਉਹ ਬਾਸਮਤੀ ਆ ਭਾਵੇਂ ਉਹ 5 ਏਕੜ ਤੋਂ ਜ਼ਿਆਦਾ, ਉਹ ਹਰ ਇੱਕ ਕਿਸਾਨ ਨੂੰ ਜਿਹੜਾ 200 ਪ੍ਰਤੀ ਕੁਆਂਟਲ ਉਹਦਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ। एक ट्रेन है साडी डीएमयू ट्रेन जी जलंधर तो फिरोजपुर आती है,
ਉਹਨੂੰ ਅਸੀਂ ਮੱਖੂ 1140 ਤੇ ਰੋਕ ਦਿੱਤਾ ਹੈ ਤੇ ਬਾਕੀ ਜਿਸ ਤਰ੍ਹਾਂ ਇਹ ਹੁਣ ਟਾਈਮ ਦੇ ਨਾਲ ਹੀ ਪਤਾ ਲੱਗੇਗਾ ਵੀ ਕਿੰਨੇ ਦੇਰ ਰੇਲਵੇ ਦਾ ਟ੍ਰੈਫਿਕ ਰੈਗੂਲੇਟ ਹੁੰਦਾ। ਸਰ ਕਾਰਵਾਈ ਵੀ ਹੋਏਗੀ ਜੀ? ਇਹ ਸਾਡਾ ਜਿਹੜਾ ਮਹਿਕਮਾ ਹੈ ਜੀ ਆਰਪੀਐਫ ਜਿਹੜਾ ਸਿਕਿਉਰਿਟੀ ਦਾ ਰੇਲਵੇ ਦਾ, ਉਹ ਕਾਰਵਾਈ ਜੋ ਵੀ ਬੰਦੀ ਕਾਰਵਾਈ ਕਰਦੇ ਨੇ। ਉਧਰ ਕਿਸਾਨਾਂ ਦੇ ਇਸ ਪ੍ਰਦਰਸ਼ਨ ਕਰਕੇ ਆਮ ਜਨਤਾ ਵੀ ਪਰੇਸ਼ਾਨ ਹੋ ਰਹੀ ਸੀ। ਟ੍ਰੇਨਾਂ ਦੇ ਚੱਕੇ ਜਾਮ ਹੋਣ ਕਾਰਨ स्टेशन पे लोग परेशान नजर आ रहे सन। हम जत्थे के साथ आए हैं अमृतसर जाने के लिए दरबार साहब। 2.5 घंटे से हम लोग यहाँ खड़े हुए हैं, 200 बंदा हमारे साथ है। आप ये सोचिए जिनमें से कुछ एजिड पीपल भी हैं, वो कैसे जाएंगे? और हमें रेलवे अधिकारी की तरफ से कोई वो नहीं है, हमें सिर्फ यही बोला जा रहा है कि वो धरने पे बैठे हैं, वो लोग नहीं उठ रहे। अब आप अपने हिसाब से देखिए क्या कर सकते हैं। अब हम लोगों ने बाहर से हम लोग गए हैं कि हम लोग वहाँ से बस अड्डे से बसेस का इंतज़ाम करें ताकि हम 200 बंदों को लेके जाएं, क्योंकि हमने जो प्रण किया हुआ है कि हमने लेके जाना दरबार साहब। आई डोंट थिंक सो, नो रिफंड। 1.5 घंटा पक्का हो गया ਇੱਥੇ ਖੜੇ ਨੂੰ ਸਾਨੂੰ। ਤੇ ਤੁਸੀਂ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ, ਰੇਲਵੇ ਸਟੇਸ਼ਨ ਤੋਂ ਕੀ ਮੰਗ ਅਸੀਂ ਕਰਦੇ? ਕਹਿੰਦੇ ਵੀ ਗੱਡੀ ਚੱਲੇ, ਉਹ ਆਪਦੇ ਜਿੱਥੇ ਲਾਣਾ ਧਰਨਾ, ਹੋਰ ਕਿਤੇ ਲਾਣ, ਰੇਲਵੇ ਨੂੰ ਕਿਉਂ ਰੋਕਦੇ? ਤੇ ਤੁਹਾਡੇ ਫੈਮਿਲੀ ਨਾਲ ਤੁਹਾਡੇ ਸਾਰੇ ਹੈਗੇ ਜੀ, ਅਸੀਂ ਬਿਆਸ ਚੱਲੇ ਆ। ਪੱਟੀ ਤੋਂ ਮੈਂ ਜਾਣਾ ਸੀ ਜਲੰਧਰ, ਮੈਂ ਜੌਬ ਕਰ ਰਿਹਾ ਤੇ ਅਚਾਨਕ ਪਤਾ ਨਹੀਂ ਲੱਗਾ ਕਿ ਇਹਨਾਂ ਨੇ ਨਾਕਾ ਲਾਇਆ। ਛੋਟੇ ਛੋਟੇ ਬੱਚੇ ਨੇ, ਖਰਾਬ ਹੋ ਰਹੇ ਸਾਰੇ ਪੈਸੇਂਜਰ। ਹੁਣ ਵਿੱਚ ਟ੍ਰੇਨ ਖੜੀ ਹੋਈ ਹੈ, ਕੋਈ ਇੱਥੇ ਬੱਸ ਸਟੈਂਡ ਵੀ ਬਹੁਤ ਦੂਰ ਹੈ, ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਤੇ ਇਹ ਕਦੋਂ ਖੁੱਲਣਾ ਕੋਈ ਇਹਨਾਂ ਦਾ ਆਈਡੀਆ ਨਹੀਂ ਹੈਗਾ। ਜਨਤਾ ਪਰੇਸ਼ਾਨੀ ਹੈ, ਜਨਤਾ ਬਹੁਤ ਜ਼ਿਆਦਾ ਪਰੇਸ਼ਾਨ, ਵਿਚਾਰੇ ਨਿੱਕੇ ਨਿੱਕੇ ਬੱਚੇ ਨੇ, ਹੁਣ ਕਿੱਥੇ ਤੁਰ ਕੇ ਜਾਣਗੇ? ਨਾ ਕੋਈ ਆਟੋ, 2-3 ਕਿਲੋਮੀਟਰ ਬੱਸ ਸਟੈਂਡ ਆ ਰਿਹਾ ਹੈ ਅੱਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਰੇਲ ਰੋਕੋ ਅੰਦੋਲਨ ਕਰਕੇ ਆਮ ਲੋਕਾਂ ਦੀ ਪਰੇਸ਼ਾਨੀ ਦੀ ਵਜ੍ਹਾ ਨਹੀਂ ਬਣਨਾ ਚਾਹੁੰਦੇ, ਪਰ ਸਰਕਾਰ ਦੀ ਨਮੋਸ਼ੀ ਤੇ ਵਾਅਦਾ ਖਿਲਾਫੀ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਤੇ ਜੇ ਅੱਗੇ ਵੀ ਸਰਕਾਰ ਉਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕਰਦੀ ਤਾਂ ਇਹ ਪ੍ਰਦਰਸ਼ਨ ਹੋਰ ਤਿੱਖੇ ਕੀਤੇ ਜਾਣਗੇ। ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੇ ਨਾਲ ਸਰਬਜੀਤ ਸਿੰਘ, ਪੀਟੀਸੀ ਨਿਊਜ਼, ਫਿਰੋਜ਼ਪੁਰ। ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰਈਆ ਦੇ ਨੇੜਲੇ ਪਿੰਡ ਨਰਿੰਜਨਪੁਰਾ ਵਿਖੇ ਰੇਲਵੇ ਟਰੈਕ ਜਾਮ ਕੀਤਾ ਗਿਆ। ਤਸਵੀਰਾਂ ਤੁਹਾਡੇ ਸਾਹਮਣੇ ਨੇ। ਇਸ ਵੇਲੇ ਕਿਸਾਨ ਰੇਲਵੇ ਟਰੈਕ ਤੇ ਜਮੇ ਹੋਏ ਨੇ ਔਰ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਜੋ ਹੈ ਇਸ ਵੇਲੇ ਜਾਮ ਕਰ ਦਿੱਤਾ ਗਿਆ ਔਰ ਧਰਨੇ ਦੇ ਦੋਨੋਂ ਪਾਸੇ ਤੁਸੀਂ ਦੇਖ ਸਕਦੇ ਹੋ ਰੇਲ ਗੱਡੀਆਂ ਜਿਹੜੀਆਂ ਰੁਕੀਆਂ ਹੋਈਆਂ ਨੇ। ਹਾਲਾਂਕਿ ਰੇਲ ਟਰੈਕ ਜਾਮ ਹੋਣ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਕਿਸਾਨਾਂ ਵੱਲੋਂ 1 ਦਸੰਬਰ ਨੂੰ ਹੀ ਇਸ ਗੱਲ ਦਾ ਅਲਟੀਮੇਟਮ ਦੇ ਦਿੱਤਾ ਗਿਆ ਸੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਸਵੀਕਾਰ ਨਹੀਂ ਕੀਤੀਆਂ ਗਈਆਂ, ਸਰਕਾਰ ਸੰਜੀਦਗੀ ਨਹੀਂ ਦਿਖਾਉਂਦੀ ਤੇ 3 ਤਰੀਕ ਨੂੰ ਰੇਲਵੇ ਟਰੈਕ ਜਾਮ ਕੀਤਾ ਜਾਊਗਾ ਤੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਦੇ ਲਈ ਸਰਕਾਰ ਜ਼ਿੰਮੇਵਾਰ ਹੋਊਗੀ। ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ, ਉਹਨਾਂ ਨਾਲ ਗੱਲ ਕਰਾਂਗੇ, ਜਾਣਾਂਗੇ ਕਿ ਆਖਰ ਉਹ ਕੀ ਮੰਗਾਂ ਨੇ ਜਿਨ੍ਹਾਂ ਦੇ ਚੱਲਦਿਆਂ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਭਾਈ ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ। ਮੈਂ ਜਥੇਬੰਦੀ ਦਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਜਤਾਲਾ ਬੋਲ ਰਿਹਾ ਜੀ। ਅੱਜ ਜਿਹੜਾ ਪਿੰਡ ਨੰਜਰਪੁਰ ਦੇ ਰੇਲਵੇ ਟਰੈਕ ਤੇ ਅਸੀਂ ਧਰਨਾ ਲਾ ਕੇ ਬੈਠੇ ਆ, ਅੰਮ੍ਰਿਤਸਰ ਦਿੱਲੀ ਮਾਰਗ ਜਾਮ ਆ। ਇਹਨਾਂ ਮੰਗਾਂ ਦਾ ਮੰਗ ਪੱਤਰ ਜਿਹੜਾ ਅਸੀਂ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਭੇਜ ਚੁੱਕੇ ਆ, ਪਰ ਪੰਜਾਬ ਸਰਕਾਰ ਨੇ ਸੰਜੀਦਗੀ ਦੇ ਨਾਲ ਸਾਡੀਆਂ ਮੰਗਾਂ ਨੂੰ ਮੰਨਣ ਦਾ ਕੋਈ ਇਲਮ ਨਹੀਂ ਕੀਤਾ, ਕੋਈ ਭਰੋਸਾ ਸਾਨੂੰ ਨਹੀਂ ਦਿੱਤਾ। ਇਸ ਕਰਕੇ ਪ੍ਰਵੋਕ ਹੋ ਕੇ ਕਿਸਾਨ ਅੱਜ ਰੇਲਾਂ ਤੇ ਆਏ ਆ। 1 ਮਹੀਨੇ ਤੋਂ ਸਾਡੀ ਤਿਆਰੀ ਹੋ ਰਹੀ ਆ, ਰੋਜ਼ ਪ੍ਰੈਸ ਨੋਟ ਜਾਰੀ ਹੋ ਰਿਹਾ, ਟੀਵੀ ਤੇ ਆ ਰਹੀਆਂ ਖਬਰਾਂ, ਸੋਸ਼ਲ ਮੀਡੀਆ ਤੇ ਆ ਰਹੀਆਂ ਵੀ ਜੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤੇ ਅਸੀਂ ਰੇਲਵੇ ਟਰੈਕ ਜਾਮ ਕਰਾਂਗੇ। ਤੇ ਅੱਜ ਅਸੀਂ ਰੇਲਵੇ ਟਰੈਕ ਜਾਮ ਕਰਕੇ ਬੈਠੇ ਆ। ਆਖਰ ਮੁੱਖ ਮੰਗਾਂ ਕੀ ਨੇ ਜੀ? ਉਹ ਮੰਗਾਂ ਜੀ ਕੁਝ ਤੇ ਕੇਂਦਰ ਸਰਕਾਰ ਦੇ ਨਾਲ ਕਰਜ਼ੇ ਵਾਲੀਆਂ ਮੰਗਾਂ, ਖੁਦਕਸ਼ੀ ਕਰ ਗਿਆ ਕਿਸਾਨ ਸਾਡੇ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਗੱਲ ਆ। ਇਸੇ ਤਰ੍ਹਾਂ ਸਾਡੇ ਕਿਸਾਨ ਵੱਖ-ਵੱਖ ਅੰਦੋਲਨਾਂ ਦੇ ਵਿੱਚ ਸ਼ਹੀਦ ਹੋ ਗਏ ਆ, ਸਰਕਾਰ ਮੰਨੀ ਆ। ਕਰਨ ਅਵਤਾਰ ਸਿੰਘ ਦੇ ਦਸਖਤਾਂ ਦੇ ਹੇਠ ਸਾਡੇ ਕੋਲ ਪ੍ਰੋਸੀਡਿੰਗ ਪਈ ਆ, ਪਰ ਉਹ ਲਾਗੂ ਨਹੀਂ ਕੀਤੀ ਗਈ। ਉਹ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦੀ ਗੱਲ ਆ, ਉਹ ਸਰਕਾਰ ਮੁੱਕਰ ਗਈ ਆ। ਇਸੇ ਤਰ੍ਹਾਂ ਬਿਜਲੀ ਵਾਲੀਆਂ ਮੰਗਾਂ ਖਲੋਤੀਆਂ, ਮਜ਼ਦੂਰਾਂ ਦੇ ਬਿੱਲ ਬਕਾਏ ਖਲੋਤੇ ਆ, ਪਰਾਲੀ ਦੇ ਵੱਡੇ ਪਰਚੇ ਕਿਸਾਨਾਂ ਦੇ ਉੱਤੇ ਹੋਏ ਆ। ਰੇਲ ਮਾਈਨਿੰਗ ਆ ਜਿਹੜੀ ਰੇਤ ਮਾਈਨਿੰਗ ਆ, ਉਹ ਵੱਡੇ ਪੱਧਰ ਤੇ ਹੋ ਰਹੀ ਪੰਜਾਬ ਦੇ ਵਿੱਚ, ਇਹ ਵੀ ਮੰਗਾਂ ਅਸੀਂ ਪਾ ਲਈਆਂ। ਤੇ ਮੇਨ ਤੌਰ ਤੇ ਸਾਡੇ 9 ਕਿਸਾਨ ਜਿਹੜਾ ਬੁੱਟਰ ਮਿੱਲ ਤੋਂ ਉਹਨਾਂ ਨਵਾਂ ਕਿਸਾਨਾਂ ਦਾ ਗੰਨਾ ਜਿਹੜਾ ਬੌਂਡ ਕੀਤਾ ਸੀ ਉਹ ਤੋੜ ਕੇ ਕੀੜੀ ਮੇਲਾ ਲਾਇਆ ਜਾ ਰਿਹਾ। ਅਸੀਂ ਕਿਹਾ ਜਾਂ ਤਾਂ ਸਾਰਾ ਇਲਾਕਾ ਭੇਜ ਦਿਓ, ਇਹ 9 ਕਿਸਾਨ ਕਿਉਂ ਪਾਸੇ ਕੀਤੇ ਜਾਣ? ਇਹ ਜਲਾਲਤ ਆ, ਇਹ ਧੱਕਾ ਵਾ। ਇਹ ਵਾਰ-ਵਾਰ ਅਸੀਂ ਗੱਲ ਪ੍ਰੈਸ ਦੇ ਰਾਹੀਂ ਵਿਭਾਰੀ ਆ, ਮੰਗ ਪੱਤਰ ਵੀ ਇਹਨਾਂ ਦੇ ਟੇਬਲ ਤੇ ਪਏ ਆ। 16 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸਾਡੀ ਮੀਟਿੰਗ ਵੀ ਹੋਈ ਆ, ਮੰਗਾਂ ਮੰਨਣ ਦਾ ਭਰੋਸਾ ਵੀ ਦਿੱਤਾ, ਪਰ ਉਹ ਅਮਲ ਦੇ ਵਿੱਚ ਸਾਰਾ ਕੁਝ ਨਹੀਂ। 16 ਸਤੰਬਰ ਨੂੰ ਸਾਡੀ ਮੀਟਿੰਗ ਜਿਹੜੀ ਹੋਈ ਆ ਸੀਐਮ ਸਾਹਿਬ ਦੇ ਨਾਲ, ਉਹਦੇ ਵਿੱਚ ਅਸੀਂ ਇਹਨਾਂ ਮੰਗਾਂ ਨੂੰ ਚੁਰਾਇਆ।
ਤੇ ਉਹਨਾਂ ਨੇ ਉੱਥੇ ਕੈਬਨਿਟ ਬੈਠੀ ਆ, 5 ਮੰਤਰੀ ਬੈਠੇ ਉਹਨਾਂ ਨੇ ਕਿਹਾ ਵੀ ਸ਼ਹੀਦ ਪਰਿਵਾਰਾਂ ਦੀ ਨੌਕਰੀ ਜੇ ਅਸੀਂ ਮੰਨੀ ਹੋਈ ਹੈ ਦੇਣੀ ਚਾਹੀਦੀ ਆ। ਮਜ਼ਦੂਰਾਂ ਦੇ ਬਿੱਲ ਬਕਾਏ ਜਿਹੜੇ ਆ 31 ਮਾਰਚ 2017 ਤੋਂ ਉਹ ਸਾਡੇ ਰੋਕਣੇ ਚਾਹੀਦੇ, ਨਹੀਂ ਕਰਨੇ ਚਾਹੀਦੇ। ਉਹਦੇ ਨਾਲ ਅਸੀਂ ਵੱਡਾ ਮੁੱਦਾ ਇੱਕ ਹੋਰ ਰੱਖਿਆ ਸੀਗਾ ਕਿ ਜਿਹੜਾ ਮੰਨਣ ਪਿੰਡ ਆ ਤਰਨਤਾਰਨ ਦੇ ਵਿੱਚ, ਮੰਨਣ ਪਿੰਡ ਆ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨਾਂ ਦੇ ਲਾਗੇ, ਉੱਥੇ ਇੱਕ ਜਿਹੜੀ ਉਹ ਸੀਗਲ ਕੰਪਨੀ ਆ ਉਹਦੇ ਵੱਲੋਂ ਟੋਲ ਪਲਾਜ਼ਾ ਲਾਇਆ ਜਾ ਰਿਹਾ ਕਿ ਜਦੋਂ ਕੋਈ ਰੋਡ ਜਿਹੜਾ ਵਾ ਨੈਸ਼ਨਲ ਹਾਈਵੇ ਬਣਾਇਆ ਨਹੀਂ ਜਾ ਰਿਹਾ, ਥੋੜਾ ਇਸ ਪਾਸੇ ਚੌੜਾ ਕੀਤਾ, ਥੋੜਾ ਉਸ ਪਾਸੇ, ਉੱਥੇ ਟੋਲ ਪਲਾਜ਼ਾ ਲਾ ਕੇ ਕਿਸਾਨਾਂ ਦੀ ਉਪਜਾਊ ਜ਼ਮੀਨ ਜਿਹੜੀ ਆ ਉਹ ਲਈ ਜਾ ਰਹੀ ਆ। ਉਹਨਾਂ ਦੀ ਪਿੱਛੇ ਰਹਿਸ ਆ ਪੂਰੀ, ਉਹ ਸਾਰੀ ਉਹਨਾਂ ਨੂੰ ਉੱਥੋਂ ਜਾੜਿਆ ਜਾ ਰਿਹਾ। ਉਹਦੇ ਨਾਲ ਸਾਡਾ ਵੱਡਾ ਸੀਗਾ ਕਿ ਜਿਹੜਾ ਪੰਜਾਬ ਦੇ ਵਿੱਚ ਸਾਡਾ ਧਾਰਮਿਕ ਸਥਾਨ ਆ, ਉਹਨਾਂ ਨੂੰ ਲੱਖਾਂ ਲੋਕ ਦੇਸ਼ ਵਿਦੇਸ਼ ਦੇ ਵਿੱਚੋਂ ਆਉਂਦੇ ਦਰਸ਼ਨ ਕਰਨ, ਤੇ ਉਹ ਸਾਰੇ ਉੱਥੋਂ ਟੈਕਸ ਦੇ ਕੇ ਫਿਰ ਦਰਸ਼ਨ ਕਰਨਗੇ। ਜਦੋਂ ਅੰਮ੍ਰਿਤਸਰ ਨੂੰ ਵਾਪਸ ਜਾਣਗੇ ਫਿਰ ਉਹ ਟੈਕਸ ਦੇਣਗੇ। ਅਸੀਂ ਉਹ ਤੇ ਇਹ ਵੀ ਗੱਲ ਕਹਿਣੀ ਚਾਹੁੰਦੇ ਆ ਕਿ ਜਦੋਂ ਕਰਤਾਰਪੁਰ ਲਾਂਘੇ ਦੇ ਉੱਤੇ ਪਾਕਿਸਤਾਨ ਸਾਥੋਂ $20 ਫੀਸ ਦੀ ਮੰਗ ਕਰ ਰਿਹਾ, ਲੈ ਰਿਹਾ ਵਾ, ਤੇ ਉੱਥੇ ਸਾਡਾ ਰੌਲਾ ਚੱਲ ਰਿਹਾ ਕਿ ਇਹ ਜਿਹੜੀ ਫੀਸ ਆ ਇਹ ਨਹੀਂ ਹੋਣੀ ਚਾਹੀਦੀ, ਲੋਕਾਂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨੇ ਆ, ਤੇ ਫਿਰ ਸਾਡੇ ਹਿੰਦੁਸਤਾਨ ਦੇ ਵਿੱਚ ਤੇ ਸਾਡੇ ਪੰਜਾਬ ਦੇ ਵਿੱਚ ਧਾਰਮਿਕ ਸਥਾਨਾਂ ਤੇ ਟੈਕਸ ਕਿਉਂ ਲਾਇਆ ਜਾ ਰਿਹਾ। ਉਹਦੇ ਨਾਲ ਸਾਡਾ ਮੁੱਦਾ ਸੀਗਾ ਪਰਾਲੀ ਦਾ। ਪਰਾਲੀ ਜਿਹੜੀ ਸੀਗੀ, ਅਸੀਂ ਪਿਛਲੇ ਕਈ ਸਾਲਾਂ ਤੋਂ ਸਰਕਾਰ ਦੇ ਗੜੀ ਮੰਗ ਕਰ ਰਹੇ ਹਾਂ ਕਿ ਕਿਸਾਨਾਂ ਦੀ ਪਰਾਲੀ ਸਾਂਭਣ ਵਾਸਤੇ ਇਹਨਾਂ ਦੇ ਪੁਖਤਾ ਪ੍ਰਬੰਧ ਕੀਤੇ ਜਾਣ, ਇਹਨਾਂ ਨੂੰ ਮਸ਼ੀਨਰੀ ਮੁਹੱਈਆ ਕੀਤੀ ਜਾਵੇ, ਜਾਂ 200 ਰੁਪਈਆ ਪ੍ਰਤੀ ਕੁਇੰਟਲ ਬਾਉਂਸ ਦਿੱਤਾ ਜਾਵੇ, ਜਾਂ 6000 ਪ੍ਰਤੀ ਏਕੜ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਹੁਣ ਤਾਂ ਕਾਫੀ ਕਿਸਾਨਾਂ ਤੇ ਪਰਾਲੀ ਸਾੜਨ ਕਰਕੇ ਮਾਮਲੇ ਦਰਜ ਕੀਤੇ ਗਏ। ਹਾਂਜੀ, ਉਹਦੇ ਵਿੱਚ ਸੁਪਰੀਮ ਕੋਰਟ ਨੇ ਵੀ ਤੇ ਗ੍ਰੀਨ ਟ੍ਰਿਬਿਊਨਲ ਨੇ ਵੀ ਮਤਲਬ ਜਿਹੜੀਆਂ ਸਰਕਾਰ ਨੂੰ ਹਦਾਇਤਾਂ ਕੀਤੀਆਂ ਵੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਜਾਂ ਇਹਨਾਂ ਨੂੰ 100 ਰੁਪਈਆ ਪ੍ਰਤੀ ਕੁਇੰਟਲ ਬਾਉਂਸ ਦਿੱਤਾ ਜਾਵੇ, ਤੇ ਜਾਂ 2500 ਰੁਪਈਆ ਇਹਨਾਂ ਨੂੰ ਬਾਉਂਸ ਆਪਣਾ ਮੁਆਵਜ਼ਾ ਦਿੱਤਾ ਜਾਵੇ। ਉਹਦੇ ਵਿੱਚ ਵੀ ਸਰਕਾਰ ਨੇ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇਹਨਾਂ ਦੀ ਖਿੱਚਾ ਖਿਚਾਈ ਕੀਤੀ ਆ, ਤੇ ਉਹਦੇ ਵਿੱਚ ਇੱਕ ਸਿਰਫ ਦਿਖਾਉਣ ਵਾਸਤੇ ਇਹਨਾਂ ਨੇ ਜੋ ਮੁਆਵਜ਼ਾ ਤੋਂ ਆਇਆ ਸੀਗਾ ਉਹ ਬੜੇ ਗਲਤ ਤਰੀਕੇ ਦੇ ਨਾਲ ਆਪਣੇ ਝੇਤਿਆਂ ਦੇ ਖਾਤਿਆਂ ਦੇ ਵਿੱਚ ਪਾਤਾ, ਜਿਹਦੀ ਕੋਈ ਜ਼ਮੀਨ ਵੀ ਨਹੀਂ ਸੀ, ਜਾਂ ਮਤਲਬ 5 ਕਿੱਲੇ ਤੋਂ ਵੀ ਉੱਪਰ ਸੀਗਾ। ਉਹਦੇ ਦੌਰਾਨ ਫਿਰ ਵੀ ਇਹਨਾਂ ਨੇ ਸਖਤਾਈ ਕਰਕੇ ਜਿਹੜੀ ਆ ਕਿਸਾਨ ਆਪਣੀ ਮਜਬੂਰੀ ਦੇ ਵਿੱਚ, ਛੋਟਾ ਕਿਸਾਨ ਜਿਹਦੇ ਕੋਲ ਕੋਈ ਸੰਦ ਨਹੀਂ, ਕੁਛ ਵੀ ਨਹੀਂਗਾ, ਉਹਨੇ ਸਬਜ਼ੀਆਂ ਬੀਜਣੀਆਂ, ਆਪਣੀ ਅਗਲੀ ਫਸਲ ਬੀਜਣੀ ਆ, ਤੇ ਜਿਹੜਾ ਮੌਸਮ ਆ ਇਹ ਤਰੇਲਾ ਹੋ ਗਿਆ ਵਾ, ਪਰਾਲੀ ਕਿਸੇ ਸਾਈਡ ਲੱਗ ਨਹੀਂ ਰਹੀ, ਉਹ ਮਜਬੂਰੀ ਹਾਲਤ ਦੇ ਵਿੱਚ ਜਿਹੜਾ ਆਪਣੀ ਉਹ ਪਰਾਲੀ ਨੂੰ ਅੱਗ ਲਾ ਰਿਹਾ। ਤੇ ਉਹਦੇ ਉੱਤੇ ਜਿਹੜਾ ਸਰਕਾਰ ਆ, ਇਹਨਾਂ ਨੇ ਜਿਹੜੇ ਨਿਊਟਰਲ ਅਫਸਰ ਲਾਏ ਆ ਜਾਂ ਪੁਲਿਸ ਪ੍ਰਸ਼ਾਸਨ ਨਾਲ ਜੋੜਿਆ ਵਾ, ਉਹ ਖੇਤਾਂ ਦੇ ਵਿੱਚ ਜਾ ਕੇ ਤੇ ਉਹ ਮਤਲਬ ਕਿਸਾਨਾਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਆ, ਜੁਰਮਾਨੇ ਕੀਤੇ ਜਾ ਰਹੇ ਆ, ਤੇ ਕਈ ਥਾਈਂ ਕਿਸਾਨਾਂ ਨੂੰ ਜਿਹੜਾ ਵਾ ਉਹ ਜੇਲ੍ਹ 'ਚ ਸੁੱਟਿਆ ਗਿਆ ਵਾ। ਅਸੀਂ ਕਹਿਣਾ ਚਾਹੁੰਦੇ ਕਿ ਜਿਹੜੇ ਇਹ ਸਾਡੇ ਕੋਲ ਅਧਿਕਾਰੀ ਜਾਂਦੇ ਖੇਤਾਂ ਦੇ ਵਿੱਚ, ਉਹ ਅਸੀਂ ਉਹਨਾਂ ਨੂੰ ਆਂਦੇ ਸਾਨੂੰ ਉੱਤੋਂ ਜਿਹੜੀ ਸੈਟੇਲਾਈਟ ਜਿਹੜਾ ਵਾ ਉਹਦੇ ਰਾਹੀਂ ਪਤਾ ਲੱਗਦਾ ਕਿਹੜੇ ਕਿਸਾਨ ਦੇ ਖੇਤ ਦੇ ਵਿੱਚ ਅੱਗ ਲੱਗੀ ਆ ਜਾਂ ਕਿੱਥੇ ਲੱਗੀ ਆ, ਅਸੀਂ ਉਹਦੇ ਮੁਤਾਬਕ ਆਣ ਕੇ ਕਾਰਵਾਈ ਕਰਨੀ ਚਾਹੁੰਦੇ ਆ। ਅਸੀਂ ਕਹਿਣਾ ਚਾਹੁੰਦੇ ਕਿ ਪਿਛਲੇ ਦਿਨੀ ਅਸੀਂ DC ਦਫ਼ਤਰ ਤਰਨਤਾਰਨ ਦੇ ਵਿੱਚ, ਜਿੱਥੇ ਸਾਰੇ ਜ਼ਿਲ੍ਹੇ ਦੇ ਦਫ਼ਤਰ ਆ, ਉੱਥੇ SSP ਦਫ਼ਤਰ ਵੀ ਆ, ਉੱਥੇ ਸਾਡੀ ਮਾਨਯੋਗ ਅਦਾਲਤ ਵੀ ਹੈਗੀ ਆ, ਕੋਰਟ ਵੀ ਆ, ਉਹਦੇ ਬਾਹਰ ਕੂੜਾ ਕਰਕਟ ਸੁੱਟ ਕੇ ਇਹਨਾਂ ਨੇ ਪੂਰੀ ਅੱਗ ਲਾਈ ਸੀ ਨੈਸ਼ਨਲ ਹਾਈਵੇ ਦੇ ਉੱਤੇ। ਅਸੀਂ ਉਹ ਵਾਇਰਲ ਵੀ ਕੀਤੀ ਸੀ। ਉਦੋਂ ਅਸੀਂ ਕਿਹਾ ਸੀਗਾ ਕਿ ਜਿਹੜਾ ਸੈਟੇਲਾਈਟ ਸਾਡੇ ਖੇਤਾਂ ਦੇ ਵਿੱਚ ਰਿਪੋਰਟ ਦਿੰਦਾ, ਅੱਜ ਉਹ ਜਿਹੜਾ ਇੱਥੇ ਕੰਪਲੈਕਸ ਦੇ ਵਿੱਚ ਅੱਗ ਲੱਗੀ, ਉਹ ਸੈਟੇਲਾਈਟ ਅੱਜ ਕਿਉਂ ਨਹੀਂ ਰਿਪੋਰਟ ਦੇ ਰਿਹਾ? 2 ਘੰਟੇ ਲੱਗੇ ਆ। ਸੈਟੇਲਾਈਟ ਉਹ ਰਿਪੋਰਟ ਕਿਉਂ ਨਹੀਂ ਦੇ ਰਿਹਾ ਜਦੋਂ ਪੰਜਾਬ ਦੇ ਵਿੱਚ ਦੜਾ ਦੜ ਨਸ਼ੇ ਵਿਕ ਰਹੇ ਆ? ਉਹਦੀ ਕਿਉਂ ਨਹੀਂ ਰਿਪੋਰਟ ਦਿੰਦਾ? ਪੰਜਾਬ ਦੇ ਵਿੱਚ ਗੈਂਗਸਟਰ ਦਿਨ ਰਾਤ ਕਿੰਨਾ ਕੁਛ ਕਰ ਰਹੇ ਆ, ਬੜੇ ਲੋਕ ਕਤਲ ਕੀਤੇ ਜਾ ਰਹੇ ਆ, ਉਹਨਾਂ ਦੀ ਰਿਪੋਰਟ ਨਹੀਂ ਦਿੰਦਾ। ਫੈਸਲਾ ਧਰਨਾ ਸਾਡਾ ਜੇ ਜਾਰੀ ਆ ਜੀ। ਇਹ ਜਿਹੜੀ ਗੇਂਦ ਆ ਸਰਕਾਰ ਦੇ ਪਾੜੇ 'ਚ ਆ। ਸਰਕਾਰ ਕੀ ਕਰਨਾ ਚਾਹੁੰਦੀ ਆ? ਲਾਠੀ ਨਾਲ ਸਾਨੂੰ ਉਠਾਉਣਾ ਚਾਹੁੰਦੀ, ਗੋਲੀ ਨਾਲ ਉਠਾਉਣਾ ਚਾਹੁੰਦੀ ਆ, ਕਿ ਜਾਂ ਸਾਡੇ ਮਸਲੇ ਹੱਲ ਕਰਕੇ ਉਠਾਉਣਾ ਚਾਹੁੰਦੀ ਆ? ਇਹ ਸਰਕਾਰ ਦੇ ਹੱਥ 'ਚ। ਜਿਸ ਤਰ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਧਰਨਾ ਰੋਕਣ ਦੇ ਲਈ ਕਿਸਾਨਾਂ ਨੂੰ ਸਵੇਰੇ ਪਕੜ ਕੀਤੀ ਗਈ ਹੈ, ਗ੍ਰਿਫਤਾਰ ਕੀਤਾ ਗਿਆ, ਘਰੋਂ ਜਬਰੀ ਚੱਕਿਆ ਗਿਆ। ਇਹ ਕਿਸਾਨ ਵੀ ਸਾਡੇ ਨਾਲ ਮੌਜੂਦ ਨੇ ਜੋ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਨੇ। ਭਾਜੀ ਕੀ ਨਾ ਤੁਹਾਡੇ ਨਾਲ ਕੀ ਘਟਨਾ ਵਾਪਰੀ? ਪ੍ਰੇਮ ਸਿੰਘ ਜੀ, ਮੈਂ ਸਵੇਰੇ ਇੱਥੇ ਆ ਕੇ ਬੈਠਾ ਜੀ, ਇਹਨਾਂ ਨੇ ਮੈਨੂੰ ਚੁੱਕ ਕੇ ਧੱਕੇਸ਼ਾਹੀ ਕੀਤੀ ਹੈ ਜੀ। ਆ ਮੇਰੇ ਹੱਥ ਤੇ ਸੋਟੇ ਵੱਜਾ, ਸੱਟ ਲੱਗੀ ਹੈ ਜੀ। ਕੱਪੜੇ ਪਾੜਦੇ ਆ, ਕੱਪੜੇ ਵੀ ਇਧਰੋਂ ਵੱਟੇ ਹੋਏ, ਕੱਪੜੇ ਇਹ ਜਦੋਂ ਲਾਠੀ ਚਾਰਜ ਸਵੇਰੇ ਕੀਤਾ ਵਾ ਉਦੋਂ ਇਹਨਾਂ ਨੇ ਸੱਟਾਂ ਲਾਈਆਂ ਵਾ ਇਹਦੇ। ਇਹ ਪੁਲਿਸ ਪ੍ਰਸ਼ਾਸਨ ਨੇ ਇੱਥੇ ਜਦੋਂ ਅਸੀਂ ਟਰੱਕ ਮੱਲੇ ਆਣ ਕੇ ਉਦੋਂ ਲਾਠੀ ਚਾਰਜ ਹੋਇਆ ਸਾਡੇ ਤੇ। ਇਹਨਾਂ ਬਹੁਤ ਜ਼ਿਆਦਾ ਧੱਕਾ ਲਾਇਆ ਵਾ। ਇਹ ਕਦੇ ਪੱਗ ਕਦੇ ਲੱਥ ਜੇ ਤੇ ਆਖਦੇ ਸਾਡੀ ਪੱਗ ਲਾਤੀ ਆ। ਇਹਨਾਂ ਖੁਦ ਸਵੇਰੇ ਸਾਡੀਆਂ ਇੱਥੇ ਕਿਸਾਨਾਂ ਦੀਆਂ ਪੱਗਾਂ ਰੋਲੀਆਂ ਵਾ ਤੇ ਲਾਠੀ ਚਾਰਜ ਸਾਡੇ ਤੇ ਕੀਤਾ। ਵੀ ਮਜਬੂਰ ਨਾ ਕਰਕੇ ਅਸੀਂ ਇੱਥੇ ਬੈਠੇ ਹਾਂ, ਕਿਉਂਕਿ ਇਹਨਾਂ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ। ਜੇ ਮੰਨਦੇ ਅਸੀਂ ਖਜ਼ਾਨਾ ਖਾਲੀ ਆ, ਇਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਵਾ 10 ਪੈਨਸ਼ਨਾਂ ਲੈਣ ਡਿਆ, ਉਹ ਕਿਉਂ ਨਹੀਂ ਬੰਦ ਕਰਦੇ? ਇਹ ਕਿਉਂ ਫਿਰ ਜਿਹੜੀਆਂ ਤਨਖਾਹਾਂ ਲੈਣ ਡਿਆ? ਇੱਕ ਬੰਨੇ ਤੇ ਕਹਿੰਦੇ ਅਸੀਂ ਲੋਕ ਸੇਵਾ ਕਰਨ ਡਏ ਆ, ਇਹ ਸੇਵਾ ਕਿਸ ਤਰ੍ਹਾਂ ਦੀ ਹੋਣ ਡਈ ਆ? ਅਸੀਂ ਤੇ ਇਹ ਕਵਾਂਗੇ ਲੋਕ ਸੇਵਾ ਇਹ ਕਰਨ ਡਏ ਆ, ਲਾਠੀਆਂ ਉੱਤੇ ਬਣਾਉਂਦੇ ਆ ਤੇ ਜ਼ਿਮੀਂਦਾਰਾਂ ਤੇ ਨਜਾਇਜ਼ ਪਰਚੇ ਕਰਦੇ ਆ। ਰੇੜਕਾ ਕਿਵੇਂ ਖਤਮ ਹੋਊਗਾ ਕਿਸਾਨ ਤੇ ਸਰਕਾਰ? ਵੇਖੋ ਰੇੜਕਾ ਇਹ ਤਾਂ ਖਤਮ ਹੋ ਸਕਦਾ ਵਾ ਜੇ ਸਰਕਾਰਾਂ ਦੀ ਨੀਤੀ ਸਹੀ ਹੋਵੇ। ਇਹਨਾਂ ਦੀ ਨੀਤੀ ਨਹੀਂ ਸਹੀ, ਕਿਉਂਕਿ ਇਹਦੇ ਆਪਣੇ ਘਰ ਭਰਨਾ ਚਾਹੁੰਦੇ ਆ। ਜੇ ਇਹਨਾਂ ਦੀ ਨੀਤੀ ਸਹੀ ਹੋਵੇ ਤੇ
ਇੱਕ ਆਰਡਰ ਦੇਣਾ ਵਾ, ਅਫਸਰਾਂ ਦੀ ਖਿਚਾਈ ਕਰਨੀ ਆ ਤੇ ਨਸ਼ਾ ਬੰਦ ਹੋ ਸਕਦਾ ਵਾ। ਕੋਈ ਪੈਸਾ ਨਹੀਂ ਉੱਤੇ ਲੱਗਣਾ ਤੇ ਉਹ ਵੀ ਨਹੀਂ ਇਹ ਕਰਨ ਦੇ। ਇਸ ਵਾਰ ਕਿਸਾਨ ਬਜਿੱਦ ਨਜ਼ਰ ਆ ਰਿਹਾ ਕਿ ਜਿੰਨੀ ਦੇਰ ਤੱਕ ਮੰਗਾਂ ਨਹੀਂ ਮੰਨੀ ਜਾਣਗੇ ਰੇਲ ਟਰੈਕ ਜਾਮ ਰਹੂਗਾ। ਬਿਲਕੁਲ ਜੀ, ਜਿੰਨੇ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਬਿਲਕੁਲ ਘਰਾਂ ਨੂੰ ਨਹੀਂ ਜਾਵਾਂਗੇ। ਇਹ ਨੇ ਕਿਸਾਨ ਆਗੂ ਜਿਨ੍ਹਾਂ ਨੇ ਆਪਣੀਆਂ ਮੰਗਾਂ ਬਾਰੇ ਦੱਸਦਿਆਂ ਇਹ ਐਲਾਨ ਕੀਤਾ ਕਿ ਜੋ ਤੱਕ ਸਰਕਾਰ ਇਹਨਾਂ ਮੰਗਾਂ ਪ੍ਰਤੀ ਸੰਜੀਦਗੀ ਨਹੀਂ ਦਿਖਾਉਂਦੀ, ਇਹਨਾਂ ਮੰਗਾਂ ਨੂੰ ਮੰਨਣ ਦਾ ਐਲਾਨ ਨਹੀਂ ਕਰਦੀ, ਇਹਨਾਂ ਮੰਗਾਂ ਨੂੰ ਅਮਲੀ ਜਾਮਾ ਨਹੀਂ ਪਾਉਂਦੀ, ਉਦੋਂ ਤੱਕ ਇਹ ਰੇਲ ਟਰੈਕ ਜਾਮ ਰਹੂਗਾ। ਕਿਸਾਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੂਗਾ। ਆਪਣੀ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਤੇ ਕਿਸਾਨਾਂ ਵੱਲੋਂ ਅੰਮ੍ਰਿਤਸਰ ਦਿੱਲੀ ਰੇਲ ਮਾਰਗ ਜਾਮ ਕਰ ਦਿੱਤਾ ਗਿਆ। ਅਸੀਂ ਇਸ ਵੇਲੇ ਮੌਜੂਦ ਹਾਂ ਰਈਆ ਨੇੜਲੇ ਪਿੰਡ ਨਰਿੰਜਰਪੁਰਾ, ਜਿੱਥੇ ਕਿਸਾਨਾਂ ਵੱਲੋਂ ਧਰਨਾ ਦੇ ਕੇ ਰੇਲ ਟਰੈਕ ਨੂੰ ਜਾਮ ਕੀਤਾ ਗਿਆ ਔਰ ਇਸ ਧਰਨੇ ਦੇ ਚੱਲਦਿਆਂ ਦੋਨਾਂ ਪਾਸੇ ਜਿਹੜੀ ਰੇਲ ਗੱਡੀਆਂ ਰੁਕ ਚੁੱਕੀਆਂ ਨੇ। ਰੇਲ ਗੱਡੀ ਸ਼ਹੀਦ ਐਕਸਪ੍ਰੈਸ ਜੋ ਕਿ ਅੰਮ੍ਰਿਤਸਰ ਤੋਂ ਜੈਨਗਰ ਲਈ ਰਵਾਨਾ ਹੋਈ ਸੀ ਕੁਝ ਦੇਰ ਪਹਿਲਾਂ ਔਰ ਹੁਣ ਧਰਨੇ ਦੇ ਕਾਰਨ ਇੱਥੇ ਰੁਕ ਚੁੱਕੀ ਹੈ ਔਰ ਲੋਕ ਜੋ ਆਪਣੇ ਮੰਜ਼ਿਲ ਦੇ ਲਈ ਰਵਾਨਾ ਹੋਏ ਸਨ ਅੰਮ੍ਰਿਤਸਰ ਤੋਂ, ਉਹ ਪਰੇਸ਼ਾਨ ਨੇ ਕਿਉਂਕਿ ਉਹਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਕਦੋਂ ਤੱਕ ਉਹਨਾਂ ਨੂੰ ਇਸੇ ਤਰ੍ਹਾਂ ਰੇਲਵੇ ਗੱਡੀ ਦੇ ਵਿੱਚ ਬੈਠ ਕੇ ਇੰਤਜ਼ਾਰ ਕਰਨਾ ਪਊ ਧਰਨਾ ਖਤਮ ਹੋਣ ਦਾ। ਔਰ ਇਹ ਲੋਕ ਨੇ ਜੋ ਅੰਮ੍ਰਿਤਸਰ ਤੋਂ ਵੱਖ-ਵੱਖ ਸਥਾਨਾਂ ਦੇ ਲਈ ਜੈਨਗਰ ਸਮੇਤ ਵੱਖ-ਵੱਖ ਥਾਵਾਂ ਤੇ ਰਵਾਨਾ ਹੋਏ ਸਨ, ਪਰ ਹੁਣ ਧਰਨੇ ਦੇ ਚੱਲਦਿਆਂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਇਹਨਾਂ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਗੱਲ ਕਰਾਂਗੇ ਕੁਝ ਲੋਕਾਂ ਦੇ ਨਾਲ ਜੋ ਇਸ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਇੱਥੇ ਪਹੁੰਚੇ ਸਨ, ਪਰ ਹੁਣ ਅੱਗੇ ਆਪਣੀ ਮੰਜ਼ਿਲ ਤੱਕ ਕਦੋਂ ਪਹੁੰਚਣਗੇ ਇਹ ਇਹਨਾਂ ਨੂੰ ਹਲੇ ਕੁਝ ਪਤਾ ਨਹੀਂ ਲੱਗ ਰਿਹਾ। ਜੀ ਅਸੀਂ ਅੰਮ੍ਰਿਤਸਰ ਤੋਂ ਜਲੰਧਰ ਜਾਣਾ ਸੀ, ਬਹੁਤ ਜ਼ਰੂਰੀ ਕੰਮ ਸੀ। ਅਸੀਂ ਸਵੇਰ ਦੇ ਚੱਲੇ ਆ, ਪਹਿਲਾਂ ਸਟੇਸ਼ਨ ਤੇ ਟਾਈਮ ਬਹੁਤ ਜ਼ਿਆਦਾ ਲੱਗ ਗਿਆ। ਅਸੀਂ ਆ ਰਸਤੇ 'ਚ ਇੱਥੇ ਜਿੱਥੇ ਗੱਡੀ ਰੋਕੀ ਗਈ ਆ ਭੁੱਖਣ ਭਾਣੇ ਬੈਠੇ ਆ। ਕਿਸਾਨ ਰੋਟੀਆਂ ਵੀ ਖਾ ਰਹੇ, ਠੀਕ ਹੈ, ਦੇਖੋ ਵੀ ਕਿਸਾਨਾਂ ਦਾ ਤੇ ਮਤਲਬ ਹੱਲ ਹੋ ਜਾਊਗਾ, ਪਰ ਇਹ ਪਬਲਿਕ ਦਾ ਹੱਲ ਕੌਣ ਕਰੂਗਾ? ਸਰਕਾਰਾਂ ਜਿਹੜੀਆਂ ਵੀ ਆਉਂਦੀਆਂ ਜੋ ਕਿਸੇ ਦਾ ਹੱਕ ਬਣਦਾ ਉਹਨਾਂ ਨੂੰ ਮਿਲਣਾ ਚਾਹੀਦਾ, ਕਿਉਂਕਿ ਇਹ ਜਿਹੜਾ ਹਰ ਪਬਲਿਕ ਨੂੰ ਪਰੇਸ਼ਾਨ ਹੋਣਾ ਪੈ ਰਿਹਾ। ਕਿਸੇ ਨੇ ਦਿੱਲੀ ਜਾਣਾ, ਵਿੱਚ ਮਰੀਜ਼ ਵੀ ਕਈ ਬੈਠੇ ਆ ਜਿਹੜੇ ਅੱਜ ਵੀ ਉਹ ਵਿਚਾਰੇ ਕੁਝ ਮਾਈਆਂ ਉੱਤਰ ਕੇ ਇੱਥੋਂ ਪੈਲੀ ਦਾਣੀ ਲੇਟ ਗਏ ਆ। ਅੱਗੋਂ ਬੱਸ ਨੂੰ ਵੀ ਪਤਾ ਨਹੀਂ ਮਿਲਣੀ ਕਿ ਨਹੀਂ ਮਿਲਣੀ, ਕਿਸੇ ਨੇ 에ਅਰਪੋਰਟ ਤੇ ਜਾਣਾ ਦਿੱਲੀ, ਉਹ ਵੀ ਲੇਟ ਹੋ ਰਹੇ ਨੇ। ਮੈਂ ਅੰਮ੍ਰਿਤਸਰ ਜਾਣਾ ਸੀਗਾ, ਨਹੀਂ ਅੰਮ੍ਰਿਤਸਰ ਤੋਂ ਚੱਲ ਕੇ ਅਸੀਂ ਜਲੰਧਰ ਜਾਣਾ ਸੀਗਾ ਤੇ ਬੜੀ ਪਰੇਸ਼ਾਨੀ ਹੋਈ ਹੈ ਸਵੇਰ ਦੀ। ਅਸੀਂ ਬੜੇ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਦੇ ਆ ਤੇ ਇਹ ਗਲਤ ਹੈ ਕੰਮ ਟ੍ਰੇਨਾਂ ਰੋਕਣ ਦਾ। ਤੇ ਜੇ ਸਰਕਾਰ ਹੈ, ਸਰਕਾਰ ਜਿਹੜੇ ਮੰਗਾਂ ਮੰਗਦੇ ਉਹਨਾਂ ਨੂੰ ਦਿਓ। ਸਰਕਾਰ ਜਦੋਂ ਇਨਸਾਨ ਜਦੋਂ ਜਨਤਾ ਜਦੋਂ ਸਰਕਾਰ ਬਣਾਉਂਦੀ ਉਦੋਂ ਕਿਉਂ ਨਹੀਂ ਸੋਚਦੀ? ਸਰਕਾਰ ਜਿਹੜੀ ਹੈ ਇਹ ਸਰਕਾਰ ਜਿਹੜੀ ਜਦੋਂ ਬਣਦੀ ਹੈ ਸਰਕਾਰ ਜਦੋਂ ਉਦੋਂ ਕਹਿੰਦੇ ਆ ਕਿ ਅਸੀਂ ਆਹ ਮੰਗਾਂ ਦੇਵਾਂਗੇ, ਇੰਨੀ ਆਹ ਕੁਛ ਕਰਾਂਗੇ, ਆਹ ਕੁਛ ਕਰਾਂਗੇ, ਵਾਅਦੇ ਕੀਤੇ ਜਾਂਦੇ, ਫਿਰ ਉਹਨਾਂ ਵਾਅਦਿਆਂ ਤੇ ਪੂਰਾ ਨਹੀਂ ਹੁੰਦੇ ਹੈ ਤੇ ਸਾਰੇ ਬੰਦੇ ਪਰੇਸ਼ਾਨ ਹੋਣ ਡੇ। ਇੱਥੇ ਇੰਟਰਵਿਊ ਸੀ ਮੇਰਾ, ਲੁਧਿਆਣੇ ਜਾਣਾ ਸੀ। ਹੁਣ ਕੰਪਨੀ ਵਾਲੇ ਦੇ 2 ਵਜੇ ਟਾਈਮ ਦਿੱਤਾ, ਹੁਣ ਤਾਂ ਟਾਈਮ ਵੀ ਲੰਘ ਗਿਆ। ਹੁਣ ਇੱਥੇ ਬੈਠੇ ਆ, ਹੁਣ ਪਤਾ ਨਹੀਂ ਕਦੋਂ ਦਾ ਕਿਹਨਾਂ ਨੇ ਹਟਣਾ ਇੱਥੋਂ। ਹੁਣ ਕੀ ਕਰੇ ਬੰਦਾ? ਹੁਣ ਜੌਬ ਦਾ ਸਵਾਲ ਸੀ, ਹੁਣ ਜੌਬ ਵੀ नहीं ले सकता बंदा। ऐसा काम होना ही नहीं चाहिए हिंदुस्तान में ऐसा काम होना ही नहीं चाहिए। ऐसा काम अगर बाहर की कंट्री में 5 मिनट भी ट्रेनें लेट हो जाती तो क्या माहौल बनता। यहाँ पे 2 घंटे हो गए, अभी पता नहीं कब तक यहाँ पे ट्रेन रुकेगी। फिर सरकार कहती है हमें वोट डालो। वोट 50% तो वोट डालती नहीं है जनता सरकार को, इसीलिए नहीं डालती क्योंकि यहाँ पे प्रॉब्लम बहुत है, इसलिए हम तो ये लोग ने जो ਅੰਮ੍ਰਿਤਸਰ ਤੋਂ ਜੈਨਗਰ ਸਮੇਤ ਵੱਖ-ਵੱਖ ਸਥਾਨਾਂ ਲਈ ਰਵਾਨਾ ਹੋਏਗੀ, ਕਿਸੇ ਨੇ ਜਲੰਧਰ, ਕਿਸੇ ਨੇ ਲੁਧਿਆਣਾ, ਕਿਸੇ ਨੇ ਕਿਸੇ ਹੋਰ ਸਥਾਨ ਲਈ ਜਾਣਾ ਸੀ, ਪਰ ਹੁਣ ਰੇਲ ਟਰੈਕ ਜਾਮ ਹੋਣ ਦੇ ਕਾਰਨ ਇੱਥੇ ਰੁਕਣ ਲਈ ਮਜਬੂਰ ਨੇ, ਟ੍ਰੇਨ ਵਿੱਚ ਬੈਠ ਕੇ ਇੰਤਜ਼ਾਰ ਕਰਨ ਲਈ ਮਜਬੂਰ ਨੇ। ਹੁਣ ਦੇਖਣ ਵਾਲੀ ਗੱਲ ਇਹੀ ਕਿ ਇਹਨਾਂ ਦਾ ਇੰਤਜ਼ਾਰ ਕਦੋਂ ਖਤਮ ਹੁੰਦਾ ਹੈ, ਕਦੋਂ ਕਿਸਾਨਾਂ ਦਾ ਧਰਨਾ ਮੁੱਕਦਾ ਤੇ ਕਦੋਂ ਇਹ ਰੇਲ ਗੱਡੀ ਅੱਗੇ ਆਪਣੇ ਮੰਜ਼ਿਲ ਲਈ ਰਵਾਨਾ ਹੁੰਦੀ। ਤਾਂ ਵੇਖਿਆ ਤੁਸੀਂ, ਇੱਕ ਪਾਸੇ ਕਿਸਾਨ ਪੂਰੀ ਤਰ੍ਹਾਂ ਆਪਣੀਆਂ ਮੰਗਾਂ ਤੇ ਡਟੇ ਹੋਏ ਨੇ ਤੇ ਦੂਜੇ ਪਾਸੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਾਲੀ ਸਾਰਨ ਵਾਲੇ ਕਿਸਾਨਾਂ ਤੇ ਦਰਜ ਮਾਮਲੇ ਵਾਪਸ ਲੈਣ ਦੀ ਮੰਗ ਹੋਵੇ ਜਾਂ ਫਿਰ ਕਰਜ਼ ਮਾਫੀ ਸਮੇਤ ਪਰਾਲੀ ਦਾ ਮੁਆਵਜ਼ਾ ਦੇਣ ਦੀ ਮੰਗ, ਅਜਿਹੇ 'ਚ ਹੁਣ ਸਰਕਾਰ ਨੂੰ ਇਹਨਾਂ ਮੰਗਾਂ ਤੇ ਗੌਰ ਕਰਨ ਦੀ ਲੋੜ ਹੈ। ਇਹਨਾਂ ਮੰਗਾਂ ਪ੍ਰਤੀ ਸੰਜੀਦਗੀ ਦਿਖਾਉਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਦੇ ਨਾਲ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਸਕਣ। ਖਬਰ ਖਾਸ ਅੱਜ ਲਈ ਇਹ ਨਹੀਂ, ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਤੁਸੀਂ ਦੇਖਦੇ ਰਹੋ PTC ਨਿਊਜ਼। ਧੰਨਵਾਦ।